ਸੋ ਫਾਰ ਜੇ ਸਾਰੀ ਅਪਡੇਟ ਕਰਦੇ ਜਾਈਏ ਵੀ ਕੀ ਕੁਝ ਵਾਪਰ ਰਿਹਾ ਹੈਗਾ ਯੂਐਸ ਇਜ਼ਰਾਈਲੀ ਅਟੈਕ ਜੋ ਇਰਾਨ ਤੇ ਹੋਇਆ ਉਹਦੇ ਸੰਬੰਧ ਦੇ ਵਿੱਚ ਵਾਸ਼ਿੰਗਟਨ ਨੇ ਵਾਰਨਿੰਗ ਦਿੱਤੀ ਹੈ ਵੀ ਹਜੇ ਅਸੀਂ ਹਾਰਡਰ ਹਿੱਟਸ ਕਰਨੇ ਹੈਗੇ ਆ। ਤਹਿਰਾਨ ਨੇ ਜੋ ਸਟ੍ਰੇਟ ਆਫ ਹਾਰਮਜ਼ ਆ, ਜੋ ਕਨਾਲ ਹੈਗੀ ਆ ਉਹ ਬੰਦ ਕਰ ਦਿੱਤੀ ਆ। ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿਹੜੀ ਤੇਲ ਦੀਆਂ ਕੀਮਤਾਂ ਵੱਧ ਗਈਆਂ ਆ। ਕਈ ਮੁਲਕਾਂ ਦੀ ਤਾਂ ਇਹ ਹਾਲਤ ਹੈ, ਇੰਡੀਆ ਵਰਗੇ ਦੀ, ਜੇ 25 ਦਿਨ ਬੰਦ ਰਹਿ ਗਿਆ ਕਹਿੰਦੇ ਉੱਥੇ ਤੇਲ ਖਤਮ ਹੋ ਜਾਣਾ ਹੈਗਾ ਆ। ਕਿਉਂਕਿ ਉਸ ਜਿਹੜੀ ਹੈਗੀ ਆ ਕਨਾਲ ਰਾਹੀਂ ਸਾਰਾ ਜਿਹੜਾ ਤੇਲ ਉਧਰ ਨੂੰ ਜਾਂਦਾ ਹੈਗਾ। ਸੋ ਮਿਡਲ ਈਸਟ ਦੇ ਵਿੱਚ ਇਹ ਜਿਹੜੀ ਲੜਾਈ ਆ ਹੁਣ ਕੱਲੀ ਇਰਾਨ ਤੋਂ ਬਾਅਦ ਬਾਕੀ ਮੁਲਕਾਂ ਦੇ ਵਿੱਚ ਵੀ ਤੇਜ਼ੀ ਦੇ ਨਾਲ ਫੈਲ ਗਈ ਆ। ਜਦੋਂ ਤੋਂ ਹੀ ਅਯਾਤੁੱਲਾ ਅਲੀ ਖਮੈਨੀ ਦੀ ਮੌਤ ਹੋਈ ਹੈਗੀ ਆ, ਹੁਣ ਤੱਕ 700 ਦੇ ਕਰੀਬ ਇਰਾਨ 'ਚ ਲੋਕ ਮਾਰੇ ਜਾ ਚੁੱਕੇ ਹੈਗੇ ਆ। ਤਹਿਰਾਨ ਦੇ ਵਿੱਚ ਉਹਨਾਂ ਦਾ ਜਿਹੜਾ ਇਸਲਾਮਿਕ ਰਿਪਬਲਿਕ ਆਫ ਇਰਾਨ ਬ੍ਰੌਡਕਾਸਟਿੰਗ ਕੰਪਲੈਕਸ ਆ ਉਹ ਵੀ ਬੰਬ ਦੇ ਨਾਲ ਉਡਾ ਦਿੱਤਾ ਗਿਆ ਆ। ਉਹਨਾਂ ਦੇ ਜਿਹੜੀਆਂ ਹਿਸਟੋਰਿਕ ਗੋਲਸਟਨ ਪੈਲੇਸ ਆ ਤੇ ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਆ ਉਹ ਵੀ ਬੰਬਾਂ ਦੇ ਨਾਲ ਉਡਾ ਦਿੱਤੇ ਗਏ ਹੈਗੇ ਆ। ਯੂਐਸ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਹਾਰਡੈਸਟ ਹਿੱਟ ਕਰਾਂਗੇ। ਟਰੰਪ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਸਾਡਾ ਆਬਜੈਕਟਿਵ ਪੂਰਾ ਨਹੀਂ ਹੁੰਦਾ ਇਰਾਨ ਦੇ ਉੱਤੇ ਅਟੈਕ ਇਦਾਂ ਹੀ ਚੱਲਦਾ ਰਹੂਗਾ। ਯੂਐਸ ਤੇ ਇਜ਼ਰਾਈਲ ਵਾਲੇ ਜਸਟੀਫਾਈ ਕਰ ਰਹੇ ਆ। ਯੂਐਸ ਡਿਫੈਂਸ ਸੈਕਟਰੀ ਪੀਟ ਹੈਕਸਰ ਨੇ ਡਿਫੈਂਡ ਕੀਤਾ ਸਟ੍ਰਾਈਕਸ ਨੂੰ। ਕਹਿੰਦੇ ਪਈ ਇਰਾਨ ਦੀ ਨੇਵੀ ਤੇ ਜਿਹੜਾ ਉਹਦੇ ਤੇ ਅਟੈਕ ਸੀ, ਨਿਊਕਲੀਅਰ ਬਣਾ ਰਹੇ ਸੀ, ਜੋ ਆਪਾਂ ਪਿਛਲੇ ਸਮੇਂ ਦੇ ਵਿੱਚ ਡਿਸਕਸ ਕਰ ਚੁੱਕੇ ਹੈਗੇ ਆ। ਇਰਾਨ ਦਾ ਰੈਵੋਲੂਸ਼ਨਰੀ ਗਾਰਡ ਕਾਰਪਸ ਉਹਨਾਂ ਨੇ ਸਟੇਟ ਆਫ ਹਾਰਮਜ਼ ਨੂੰ ਕਲੋਜ਼ ਡਿਕਲੇਅਰ ਕਰ ਦਿੱਤਾ ਹੈਗਾ। ਕਹਿੰਦੇ ਵੀ ਕੋਈ ਵੀ ਵੈਸਲ ਉੱਥੋਂ ਲੰਘੂਗਾ ਉਹਨੂੰ ਅੱਗ ਲਾ ਦਿੱਤੀ ਜਾਊਗੀ। ਸੋ ਫਾਰ 787 ਲੋਕਾਂ ਦੀ ਇਰਾਨ ਦੇ ਵਿੱਚ ਮੌਤ ਹੋ ਚੁੱਕੀ ਹੈ, ਜਿਹਦੇ ਵਿੱਚੋਂ 165 ਬੱਚੀਆਂ ਇੱਕ ਸਕੂਲ ਦੇ ਵਿੱਚ ਸੀ ਜਿੱਥੇ ਬੰਬ ਦੇ ਨਾਲ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਉੱਥੇ ਦਾ ਮੇਨ ਲੀਡਰ ਜਿਹੜਾ ਸੁਪਰੀਮ ਲੀਡਰ ਖਮੈਨੀ ਆ, ਉਹਦੀ ਜਿਹੜੀ ਮੌਤ ਆ ਉਹ ਵੀ ਹੋ ਚੁੱਕੀ ਹੈਗੀ ਆ। ਗਲਫ ਨੇਸ਼ਨਸ ਦੇ ਵਿੱਚ ਕਤਰ ਜੋ ਮੁਲਕ ਹੈਗਾ ਆ ਉੱਥੇ ਵੀ ਮਿਲਟਰੀ ਸਪਿਲ ਓਵਰ ਹੋਇਆ। ਉੱਥੇ ਉਹਨਾਂ ਦੇ ਜੋ ਦਰਜਨ ਦੇ ਕਰੀਬ ਕਹਿੰਦੇ ਇਰਾਨੀਅਨ ਬਲਿਸਟਿਕ ਮਿਸਲ ਤੇ ਡਰੋਨ ਵੀ ਡਿੱਗੇ ਹੈਗੇ ਆ। ਇਰਾਨ ਵਾਲਿਆਂ ਨੇ ਵੀ ਉੱਥੇ ਜਿਹੜਾ ਅਟੈਕ ਕੀਤਾ ਹੈਗਾ। ਕੁਵੈਤ ਦੇ ਵਿੱਚ 3 ਯੂਐਸ ਫਾਈਟਰ ਜੈਟਸ ਕ੍ਰੈਸ਼ ਹੋ ਗਏ। ਉਹ ਕੁਵੈਤ ਵੱਲੋਂ ਬਾਈ ਮਿਸਟੇਕ ਹੀ ਜਿਹੜੇ ਕ੍ਰੈਸ਼ ਹੋਏ ਹੈਗੇ ਆ। ਸਾਊਦੀ ਅਰੇਬੀਆ ਨੇ 8 ਦੇ ਕਰੀਬ ਡਰੋਨ ਜਿਹੜੇ ਆ ਰਿਆਦ ਦੇ ਵਿੱਚ ਇੰਟਰਸੈਪਟ ਕੀਤੇ ਹੈਗੇ ਆ। ਉੱਥੇ ਵੀ ਨੁਕਸਾਨ ਹੋਇਆ ਹੈਗਾ। ਯੂਐਸ ਸਟੇਟ ਡਿਪਾਰਟਮੈਂਟ ਨੇ 14 ਦੇ ਕਰੀਬ ਮੁਲਕਾਂ ਨੂੰ ਵਾਈਡ ਸਪਰੈਡ ਇਵੈਕੂਏਸ਼ਨ ਕਰਨ ਲਈ ਕਿਹਾ ਹੈਗਾ, ਜਿਨ੍ਹਾਂ ਦੇ ਵਿੱਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰੇਬੀਆ, ਯੂਏਈ ਵਰਗੇ ਮੁਲਕ ਆ। ਪਰ ਇੱਥੇ ਜਿਹੜੇ ਟੈਡ ਲਿਊ ਆ ਕਾਂਗਰਸਮੈਨ, ਉਹਨਾਂ ਨੇ ਇਹ ਕਿਹਾ ਵੀ ਜੋ ਮਾਰਕੋ ਰੂਬੀਓ ਆ ਇਹਨਾਂ ਨੂੰ ਪਹਿਲਾਂ ਪਲਾਨ ਕਰਨੀ ਚਾਹੀਦੀ ਸੀ। ਜਦ ਤੁਹਾਨੂੰ ਪਤਾ ਸੀ ਵੀ ਤੁਸੀਂ ਅਟੈਕ ਕਰਨਾ ਆ ਤੇ ਜਿਹੜੇ ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਤੁਸੀਂ ਕਿੱਦਾਂ ਕੱਢਣਾ ਆ, ਵੀ ਜਦੋਂ ਅੱਗੇ ਵੀ ਜੰਗਾਂ ਲੱਗਦੀਆਂ ਪਹਿਲਾਂ ਤਿਆਰੀ ਹੁੰਦੀ ਆ ਵੀ ਕਿੱਦਾਂ ਤੁਸੀਂ ਕੱਢਣਾ। ਉਹ ਕਹਿੰਦੇ ਜੀ ਕਮਰਸ਼ੀਅਲ ਫਲਾਈਟ ਲੈ ਕੇ ਆ ਜਾਣ, ਸਾਰਾ ਕੁਝ ਤਾਂ ਬੰਦ ਆ, ਉਹ ਨਿਕਲਣ ਕਿੱਥੋਂ। ਸੋ ਇਹ ਜੋ ਕਾਂਗਰਸ ਦੇ ਵਿੱਚ ਕਾਫੀ ਜਿਹੜਾ ਆ ਜਿਹੜੇ ਲੋਕ ਆ ਉਹ ਅਪਸੈਟ ਵੀ ਹੈਗੇ ਇਸ ਗੱਲੋਂ ਵੀ ਇਹ ਵੀ ਹੋ ਰਿਹਾ। ਹਾਲਾਂਕਿ ਯੂਏਈ ਨੇ ਕੁਝ ਕੁ ਫਲਾਈਟਸ ਜਿਹੜੀਆਂ ਆ ਉਹ ਲਿਮਟਿਡ ਫਲਾਈਟਸ ਚਾਲੂ ਕੀਤੀਆਂ ਹੈਗੀਆਂ ਆ। ਇਰਾਨੀਅਨ ਰਿਟੈਲੀਏਸ਼ਨ ਕਹਿੰਦੇ ਵੀ ਅਸੀਂ ਕਰ ਰਹੇ ਹਾਂ ਇਜ਼ਰਾਈਲ ਦੇ ਅਗੇਂਸਟ। ਇਜ਼ਰਾਈਲ ਨੇ ਦੋ ਡਰੋਨ ਜੋ ਸੀ ਉਹਨਾਂ ਨੂੰ ਇੰਟਰਸੈਪਟ ਕੀਤਾ ਹੈਗਾ। ਨੇਤਨਯਾਹੂ ਵਾਰ-ਵਾਰ ਕਹਿ ਰਿਹਾ ਵੀ ਜਿਹੜਾ ਅਸੀਂ ਮਿਲਟਰੀ ਐਕਸ਼ਨ ਇਰਾਨ ਦੇ ਵਿੱਚ ਕੀਤਾ ਆ ਉਹ ਅਸੀਂ ਜਿਹੜੀ ਆਉਣ ਵਾਲੀ ਥ੍ਰੈਟ ਸੀ ਲੰਮੇ ਸਮੇਂ ਲਈ ਉਹਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਹੇ ਹੈਗੇ ਆ। ਇਵੈਕੂਏਸ਼ਨ ਵਾਰਨਿੰਗ ਦੇ ਸੰਬੰਧ ਦੇ ਵਿੱਚ ਯੂਐਸ ਸਟੇਟ ਡਿਪਾਰਟਮੈਂਟ ਨੇ ਇਹ ਕਿਹਾ ਵੀ ਇਮੀਡੀਏਟਲੀ ਡਿਪਾਰਟ ਕਰੋ ਮਿਡਲ ਈਸਟ ਚੋਂ, ਜਿਹੜਾ ਮਰਜ਼ੀ ਤੁਹਾਨੂੰ ਰਸਤਾ ਮਿਲਦਾ ਹੈਗਾ, ਕਿਉਂਕਿ ਸੀਰੀਅਸ ਰਿਸਕ ਹੈਗਾ। ਲੈਬਨਾਨ ਤੇ ਜਾਰਡਨ ਦੇ ਵਿੱਚ ਵੀ ਜਿਹੜਾ ਆ ਇਹਦਾ ਅਸਰ ਦੇਖਣ ਨੂੰ ਮਿਲਿਆ ਹੈਗਾ ਆ। ਯੂਐਸ ਅੰਬੈਸੀ ਜਾਰਡਨ ਦੇ ਵਿੱਚੋਂ ਇਵੈਕੂਏਟ ਕਰ ਦਿੱਤੀ ਗਈ ਹੈਗੀ ਆ। ਜਿਹੜੀ ਅਮਾਨ ਦੇ ਵਿੱਚ ਇਹ ਅੰਬੈਸੀ ਸੀਗੀ। ਲੈਬਨਾਨ ਦੇ ਵਿੱਚ ਵੀ ਇਜ਼ਰਾਈਲੀ ਮਿਨਿਸਟਰੀ ਨੇ ਇਹ ਕਿਹਾ ਵੀ 59 ਏਰੀਆਜ਼ ਜਿਹੜੇ ਆ ਉੱਥੋਂ ਇਵੈਕੂਏਟ ਹੋ ਜਾਓ, ਉੱਥੇ ਹੋਰ ਅਟੈਕ ਹੋ ਸਕਦਾ ਹੈ। ਸੋ ਇਹ ਜਿਹੜੀ ਆਪਾਂ ਦੇਖਦੇ ਹਾਂ ਲੜਾਈ ਹੈ ਪੂਰੇ ਮਿਡਲ ਈਸਟ ਦੇ ਵਿੱਚ ਫੈਲਦੀ ਜਾ ਰਹੀ ਹੈ।